ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 123ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠਲੇ, ਸਤਿਗੁਰੂ ਮੁਝੇ ਬਤਾਇਓ ਰਹਾਓ। ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠਲੇ, ਸਤਿਗੁਰੂ ਮੁਝੇ ਬਤਾਓ ਰਹਾਓ। ਜਤ ਕਤ ਦੇਖਿਓ ਤਤ ਤਤ ਤੁਮ ਹੀ, ਮੋਏ ਵਿਸ਼ਵਾਸ ਹੋਏ ਆਇਓ। ਕਹਿ ਪੇ ਕਰੋ ਅਰਦਾਸ ਬੇਨਤੀ, ਜੋ ਸੁਨਤੋ ਹੈ ਰਗਰਾਇਓ। ਲੈਓ ਸਹਿਸਾ ਬੰਧਨ ਗੁਰ ਤੋਰੇ, ਤਾਂ ਸਦਾ ਸਹਿਜ ਸੁਖ ਪਾਇਓ। ਹੋਣਾ ਸਾਫ ਹੋਈ ਫੁਨ ਹੋਸੀ, ਸੁਖ ਦੁਖ ਕਹਾਂ ਦਿਖਾਇਓ। ਖੰਡ ਬ੍ਰਹਿਮੰਡ का एको ठाणा, गुर परदा खोल दिखायो। खंड ब्रह्मंड का एको ठाणा, गुर परदा खोल दिखायो। नौ निध नाम निदान एक ठाई, तों बार के ठह जायो। एके कनक अनेक भांत साजी, बहु प्रकार रचायो। कौ नानक परम गुर खोई है, इव तत्ते तत् मिलायो। एके कनक अनेक भांत साजी, बहु प्रकार रचायो। कौ नानक परम गुर खोई है, इव तत्ते तत् मिलायो। इस शब्द ਵਿੱਚ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖੋ, ਦਿਆਲ ਪਰਮੇਸ਼ਰ ਨੇ ਮੇਰੇ ਉੱਤੇ ਆਪਣੀ ਮਿਹਰ ਕਿਰਪਾ ਕੀਤੀ ਹੈ ਜੀ, ਅਤੇ ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਤਿਗੁਰੂ ਦਾ ਪਤਾ ਮੈਨੂੰ ਦੱਸ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੈਨੂੰ ਨਿਸ਼ਚੇ ਭਰਿਆ ਗਿਆਨ ਪ੍ਰਾਪਤ ਹੋ ਗਿਆ ਹੈ ਜੀ। ਭਾਵ ਮੈਨੂੰ ਆਪਣੇ ਪਰਮੇਸ਼ਰ 'ਤੇ ਪੂਰਾ ਭਰੋਸਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਮੈਂ ਜਿੱਥੇ ਕਿੱਥੇ ਵੀ ਵੇਖਦਾ ਹਾਂ ਜੀ, ਉੱਥੇ ਹੀ ਤੁਸੀਂ ਹਰ ਜਗ੍ਹਾ ਹਾਜ਼ਰ ਨਾਜ਼ਰ ਦਿਸਦੇ ਹੋ ਜੀ। ਭਾਵ ਹੇ ਸਿਰਜਣਹਾਰ ਪਰਮੇਸ਼ਰ, ਤੂੰ ਹਰ ਇੱਕ ਦੇ ਅੰਦਰ ਹਰ ਜਗ੍ਹਾ ਨਜ਼ਰ ਆਉਂਦੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਨੂੰ ਇਹ ਪੱਕਾ ਵਿਸ਼ਵਾਸ ਭਾਵ ਭਰੋਸਾ ਹੋ ਗਿਆ ਹੈ ਜੀ ਕਿ ਮੈਂ ਹੋਰ ਕਿਸੇ ਅੱਗੇ ਕਿਉਂ ਅਰਦਾਸ ਬੇਨਤੀ ਕਰਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦ ਕਿ ਪਰਮੇਸ਼ਰ ਆਪ ਹੀ ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੇਰੀ ਬੇਨਤੀ ਅਰਦਾਸ ਸੁਣ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਜਦ ਗੁਰੂ ਨੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੇਰੇ ਸਾਰੇ ਸੰਸੇ ਭਾਵ ਸਾਰੇ ਭਰਮ ਰੂਪੀ ਬੰਧਨ ਹਉਮੈ ਵਿਕਾਰ ਤੋੜ ਦਿੱਤੇ ਹਨ ਜੀ, ਖਤਮ ਕਰ ਦਿੱਤੇ ਹਨ ਜੀ, ਅਤੇ ਮੇਰੇ ਸਾਰੇ ਸੰਸੇ ਭਰਮ ਦੂਰ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਸਦਾ ਲਈ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਅਡੋਲ ਅਵਸਥਾ ਸਹਿਜ ਅਵਸਥਾ ਦਾ ਸੁੱਖ ਪ੍ਰਾਪਤ ਕਰ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੁਣ ਮੇਰਾ ਇਹ ਭਰੋਸਾ ਅਤੇ ਯਕੀਨ ਹੈ ਜੀ ਕਿ ਜੋ ਕੁਝ ਹੋਣਾ ਹੈ ਉਹੀ ਕੁਝ ਹੋਵੇਗਾ ਜੀ। ਭਾਵ ਜੋ ਕੁਝ ਹੋ ਰਿਹਾ ਹੈ ਉਹ ਤੇਰੇ ਭਾਣੇ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਵਿੱਚ ਕੋਈ ਦਖਲ ਨਹੀਂ ਦੇ ਸਕਦਾ ਜੀ। ਫਿਰ ਦੱਸੋ ਦੁੱਖ ਸੁੱਖ ਕਿੱਥੇ ਹੈ ਜੀ, ਮੈਨੂੰ ਦਿਖਾਓ ਜੀ। ਭਾਵ ਸੁੱਖ ਦੁੱਖ ਜੀਵਨ ਦੇ ਇੱਕ ਹਿੱਸਾ ਹੈ ਜੀ, ਔਰ ਉਹ ਸਭ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੋ ਰਿਹਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ
ਪਰਮਾਤਮਾ ਦੁੱਖ ਸੁੱਖ ਤੋਂ ਮੁਕਤ ਹੋ ਜਾਈਦਾ। ਪਰਮਾਤਮਾ ਸਾਨੂੰ ਸੁੱਖ ਦੁੱਖ ਤੋਂ ਮੁਕਤ ਕਰ ਦਿੰਦਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੇ ਹੁਕਮ ਦੀ ਸਮਝ ਆਉਣ ਨਾਲ ਸਾਨੂੰ ਇਹ ਸੋਝੀ ਹੁੰਦੀ ਹੈ ਜੀ ਕਿ ਇਹ ਜੋ ਕੁਛ ਵੀ ਦੁੱਖ ਸੁੱਖ ਜ਼ਿੰਦਗੀ ਦੇ ਹਨ ਜੀ, ਉਹ ਪਰਮੇਸ਼ਰ ਦਾ ਹੀ ਦਿੱਤੇ ਹੋਏ ਹਨ ਜੀ, ਅਤੇ ਉਹਦੇ ਹੁਕਮ ਵਿੱਚ ਹੀ ਇਹ ਸਭ ਕੁਝ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਨੇ ਮੇਰੇ ਹਉਮੈ ਦੇ ਪਰਦੇ, ਵਿਕਾਰਾਂ ਦੇ ਪਰਦੇ ਖੋਲ ਕੇ, ਵਿਕਾਰ ਖਤਮ ਕਰਕੇ ਮੈਨੂੰ ਇਹ ਵਿਖਾ ਦਿੱਤਾ ਹੈ ਜੀ ਕਿ ਸਾਰੇ ਖੰਡਾਂ ਤੇ ਬ੍ਰਹਮੰਡਾਂ ਦਾ, ਭਾਵ ਇਸ ਸ੍ਰਿਸ਼ਟੀ ਦਾ ਇੱਕੋ ਠਾਣਾ, ਭਾਵ ਇੱਕੋ ਟਿਕਾਣਾ ਹੈ ਜੀ। ਭਾਵ ਮਾਲਕ ਵਾਹਿਗੁਰੂ ਸਿਰਜਣਹਾਰ ਆਪ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਨੌ ਨਿਧ ਨਿਧਾਨ, ਭਾਵ ਨੌ ਨਿਧੀਆਂ ਵਾਲੇ ਗੁਰਸ਼ਬਦ ਗੁਰਬਾਣੀ ਨਾਮ ਰੂਪੀ ਸਿਮਰਨ ਖਜ਼ਾਨੇ ਦਾ ਇੱਕੋ ਠਾਵੀਂ, ਭਾਵ ਇੱਕੋ ਟਿਕਾਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜੋ ਕਿ ਸਾਡੇ ਹਿਰਦੇ ਦੇ ਅੰਦਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਕਿਸ ਲਈ ਬਾਹਰ ਕਿਹੜੀ ਥਾਂ ਤੇ ਜਾ ਕੇ ਇਸ ਨੂੰ ਵੇਖੀਏ ਜੀ। ਇਹ ਬਾਹਰ ਜਾਣ ਦੀ ਤਾਂ ਫਿਰ ਦੌੜ ਮੁੱਕ ਗਈ ਹੈ ਜੀ, ਖਤਮ ਹੋ ਗਈ ਹੈ ਜੀ। ਕਿਉਂ? ਕਿਉਂਕਿ ਉਹ ਸਾਡੇ ਅੰਦਰ ਹੀ ਹੈ ਜੀ। ਉਹ ਟਿਕਾਣਾ ਸਾਡੇ ਹਿਰਦੇ ਦੇ ਵਿੱਚ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਜਿਸ ਤਰ੍ਹਾਂ ਸੁਨਿਆਰੇ ਨੇ ਇੱਕੋ ਕਣਕ, ਏਕੇ ਕਣਕ, ਭਾਵ ਕਣਕ ਭਾਵ ਸੋਨਾ, ਇੱਕ ਸੋਨੇ ਤੋਂ ਜਿਸ ਤਰ੍ਹਾਂ ਸੁਨਿਆਰਾ ਕਈ ਅਨੇਕ ਪ੍ਰਕਾਰ ਦੇ ਗਹਿਣਿਆਂ ਦੀ ਬਣਤਰ ਬਣਾਉਂਦਾ ਹੈ, ਗਹਿਣੇ ਬਣਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਤਰ੍ਹਾਂ ਪਰਮੇਸ਼ਰ ਨੇ ਇੱਕ ਜੋਤ ਤੋਂ ਅਨੇਕ ਪ੍ਰਕਾਰ ਦੀ ਸ੍ਰਿਸ਼ਟੀ ਰਚ ਦਿੱਤੀ ਹੈ ਜੀ। ਇਹ ਸਾਰੀ ਸ੍ਰਿਸ਼ਟੀ ਪਰਮੇਸ਼ਰ ਨੇ ਇੱਕ ਜੋਤ ਤੋਂ ਰਚੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਨੇ ਮੇਰਾ ਭਰਮ ਦੂਰ ਕਰ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਤਰ੍ਹਾਂ ਤਤ ਆਤਮਿਕ ਜੋਤ ਨੂੰ ਤਤ ਪਰਮਾਤਮਿਕ ਜੋਤ ਨਾਲ ਮਿਲਾ ਦਿੱਤਾ ਹੈ ਜੀ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਇਹ ਆਤਮਾ ਪਰਮਾਤਮਾ ਦਾ ਅੰਸ਼ ਹੈ, ਅਤੇ ਉਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਹਰ ਮੂਲ ਨਾਲ ਜੁੜ ਗਈ ਹੈ ਜੀ। ਆਓ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੀ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਐਸੋ ਪਰਚੋ ਪਾਇਓ, ਐਸੋ ਪਰਚੋ ਪਾਇਓ, ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੇਰੇ ਤੇ ਪਰਮੇਸ਼ਰ ਨੇ ਆਪਣੀ ਮਿਹਰ, ਦਇਆਲਤਾ, ਕਿਰਪਾ ਕੀਤੀ ਹੈ, ਜਿਸ ਰੂਪ ਮੈਨੂੰ ਆਪਣੇ ਹਿਰਦੇ ਅੰਦਰ ਬੈਠੇ ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸੋਝੀ ਹੋ ਗਈ ਹੈ ਜੀ, ਪਹਿਚਾਨ ਹੋ ਗਈ ਹੈ ਜੀ ਕਿ ਉਹ ਮੇਰੇ ਹਿਰਦੇ ਦੇ ਅੰਦਰ ਹੀ ਹੈ ਜੀ। ਬਾਹਰ ਕਿਧਰੇ ਉਸ ਨੂੰ ਢੂੰਡਣ ਜਾਣ ਦੀ ਜ਼ਰੂਰਤ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਗੁਰੂ ਦੀ ਮਿਹਰ ਤੇ ਕਿਰਪਾ ਨਾਲ ਹੀ ਨਿਸ਼ਚੇ ਭਰਿਆ ਗਿਆਨ ਪ੍ਰਾਪਤ ਹੋਣ ਮਗਰੋਂ ਹੀ ਮਨੁੱਖ ਦੀ ਜੀਵਨ ਅਵਸਥਾ ਵਿੱਚ ਪਰਿਵਰਤਨ ਆਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਤੇ ਕੋਈ ਸ਼ੰਕਾ ਜਾਂ ਦੁੱਖ ਸੁੱਖ ਦੀ ਪਰਵਾਹ ਨਹੀਂ ਰਹਿੰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਵਾਹਿਗੁਰੂ ਸਿਰਜਣਹਾਰ ਕਰਤਾ ਪੁਰਖ ਸਰਬ ਵਿਆਪੀ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਤਰ੍ਹਾਂ ਇੱਕ ਸੁਨਿਆਰ ਸੋਨੇ ਤੋਂ ਕਈ ਤਰ੍ਹਾਂ ਦੇ ਅਨੇਕ ਗਹਿਣੇ ਬਣਾ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸੇ ਤਰ੍ਹਾਂ ਸਿਰਜਣਹਾਰ ਕਰਤਾ ਪੁਰਖ ਨੇ ਇੱਕ ਜੋਤ ਤੋਂ ਅਨੇਕ ਜੋਤਾਂ, ਅਨੇਕ ਰੂਪ ਪੈਦਾ ਕੀਤੇ ਹਨ ਜੀ। ਅਤੇ ਜਦੋਂ ਖੇਲ ਸਮੇਟਦਾ ਹੈ ਜੀ, ਤਾਂ ਇੱਕੋ ਰੂਪ ਆਪ ਹੀ ਰਹਿ ਜਾਂਦਾ ਹੈ ਜੀ। ਭਾਵ ਜਦੋਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਇਹ ਭੇਦ ਪੜ੍ਹਦਾ ਖੁੱਲ੍ਹਦਾ ਹੈ ਜੀ, ਤਾਂ ਇਹ ਸੋਝੀ ਹੁੰਦੀ ਹੈ ਜੀ ਕਿ ਅਸੀਂ ਪਰਮੇਸ਼ਰ ਦੇ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮਿਲ ਗਏ ਹਾਂ ਜੀ, ਅਤੇ ਅਸੀਂ ਉਸ ਸਿਰਜਣਹਾਰ ਦਾ ਹੀ ਇੱਕ ਅੰਸ਼ ਹਾਂ ਜੀ। ਅਤੇ ਇਹ ਪਰਮੇਸ਼ਰ ਨਾਲ ਆਓ ਅਸੀਂ ਸਾਰੇ ਮਿਲ ਕੇ ਅਰਦਾਸ ਕਰੀਏ ਜੀ ਕਿ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਇਸ ਮਤ ਬਖਸ਼ੇ ਤੇ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਹਿਰਦੇ ਅੰਦਰ ਬੈਠੇ ਵਾਹਿਗੁਰੂ ਨੂੰ ਪਹਿਚਾਨ ਸਕੀਏ ਜੀ। ਅੱਜ ਦਾ ਵਿਚਾਰ ਕਰਦੇ ਹਾਂ, ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਹਿਮਾਂ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।